ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡ ਭਾਗ ਸਮਾਂ ਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਆਪਣੇ ਚਰਨਾਂ ਦੇ ਨਾਲ ਜੁੜ ਕੇ ਬਹਿਣ ਦਾ। ਸਤ ਸੰਗਤ ਦੀਆਂ ਘੜੀਆਂ ਸਾਨੂੰ ਬਖਸ਼ੀਆਂ ਨੇ। ਆਓ ਜਿੱਥੇ ਰੱਬੀ ਬਾਣੀ ਦੇ ਜਾਪ ਹੋਏ ਨੇ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੇ ਨਾਲ ਆਪਾਂ ਜੁੜਨ ਦਾ ਯਤਨ ਕੀਤਾ ਆ। ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗਹੰਤ ਜੋਨ ਭ੍ਰਸ਼ਟਨ। ਕਿ ਜਿਹੜਾ ਬੰਦਾ ਗੁਰੂ ਦੇ ਮੰਤਰ ਤੋਂ ਹੀਣਾ ਆ, ਜਿਹਨੂੰ ਗੁਰੂ ਦਾ ਮੰਤਰ ਨਹੀਂ ਪ੍ਰਾਪਤ ਹੈਗਾ, ਪਾਤਸ਼ਾਹ ਜੀ ਕਹਿੰਦੇ ਉਹਦੀ ਜੂਨ ਜਿਹੜੀ ਆ ਭ੍ਰਿਸ਼ਟ ਆ। ਸੋ ਸਤਿਗੁਰਾਂ ਨੇ ਸਾਨੂੰ ਗੁਰਮੰਤਰ ਦਿੱਤਾ ਤੇ ਯਤਨ ਕਰੀਏ ਸਾਧ ਸੰਗਤ ਜੀ ਇਸ ਦਾ ਜਾਪ ਕਰਨ ਦਾ। ਮੂਲ ਮੰਤਰ, ਗੁਰਮੰਤਰ, ਇਹ ਦੋ ਬਖਸ਼ਿਸ਼ਾਂ ਸਤਿਗੁਰਾਂ ਨੇ ਕੀਤੀਆਂ ਸਾਡੇ ਤੇ। ਜਿਹੜੇ ਬਾਣੀ ਨਹੀਂ ਪੜ੍ਹ ਸੁਣ ਸਕਦੇ ਉਹਨਾਂ ਨੂੰ ਫਿਰ ਪੰਜ ਪਿਆਰੇ ਸਾਹਿਬਾਨ ਇਹੀ ਹੁਕਮ ਲਾਉਂਦੇ ਆ, ਆਦੇਸ਼ ਦਿੰਦੇ ਆ ਕਿ ਅੰਮ੍ਰਿਤ ਵੇਲੇ ਮੂਲ ਮੰਤਰ ਦਾ ਜਾਪ ਤੇ ਗੁਰਮੰਤਰ ਦਾ ਜਾਪ ਕਰਨਾ। ਕਿਉਂਕਿ ਇਹ ਯਾਦ ਹੋ ਜਾਂਦਾ, ਚੇਤੇ ਹੋ ਜਾਂਦਾ ਆ। ਨਾ ਵੀ ਪੜ੍ਹਿਆ ਲਿਖਿਆ ਹੋਵੇ ਤਾਂ ਵੀ ਉਹ ਕਰ ਸਕਦਾ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ, ਆਪਾਂ ਯਤਨ ਕੀਤਾ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਗੁਰਮੰਤਰ ਦੇ ਵਿੱਚ ਚਿੱਤ ਜੋੜਨ ਦਾ। ਸਤਿਗੁਰੂ ਰਹਿਮਤ ਕਰਨ। ਸਾਧ ਸੰਗਤ ਜੀ, ਆਓ ਕੁਝ ਸਮੇਂ ਵਾਸਤੇ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਸਤਿਗੁਰੂ ਆਪ ਹੀ ਕਿਰਪਾ ਕਰਨ, ਰਸਨਾ ਤੇ ਵਸ ਕੇ ਆਪਣੀਆਂ ਵਡਿਆਈਆਂ ਜਸ ਆਪ ਹੀ ਬਖਸ਼ਿਸ਼ ਕਰ ਦੇਣ। ਅਸੀਸ ਦਿੰਦਿਆਂ ਹੋਇਆ ਰਸਨਾ ਪਵਿੱਤਰ ਕਰੋ, ਪਿਆਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਆਪਾਂ ਕਥਾ ਵਿਚਾਰ ਕਰ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਆ, ਉਹਨਾਂ ਨੇ ਲਿਖੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਜੀਵਨ ਵਿਚਾਰ ਤਿਨਾਂ ਨੇ ਲਿਖੀ ਆ, ਭਾਈ ਸੰਤੋਖ ਸਿੰਘ ਨੇ ਦੋ ਪੋਥੀਆਂ ਆਪਾਂ ਵਿਚਾਰੀਆਂ ਨੇ। ਅੱਜ ਆਪਾਂ ਤੀਸਰੀ ਪੋਥੀ, ਅਖੀਰਲੀ ਪੋਥੀ ਦੇ ਵਿਚਾਰ ਆਰੰਭ ਕਰਾਂਗੇ। ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ, ਪਾਤਸ਼ਾਹ ਆਪ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਮਹਾਰਾਜ, ਇੰਨੀ ਮਤ ਨਹੀਂ ਕਿ ਤੁਹਾਡੀ ਵਡਿਆਈ ਮਹਿਮਾ ਕਰ ਸੁਣ ਸਕੀਏ। ਸਤਿਗੁਰੂ ਆਪ ਹੀ ਕਿਰਪਾ ਕਰਕੇ ਰਸਨਾ ਤੇ ਵਸ ਜਾਇਓ। ਆਪਣੀਆਂ ਵਡਿਆਈਆਂ, ਆਪਣੇ ਜਸ ਆਪ ਹੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਾਧ ਸੰਗਤ ਜੀ, ਪਿਛਲੀ ਪੋਥੀ ਦੇ ਵਿੱਚ ਜੋ ਆਪਾਂ ਵਿਚਾਰ ਕੀਤੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਾ ਚਾਹੁੰਦੇ ਸਨ ਆਨੰਦਪੁਰ ਸਾਹਿਬ। ਮਾਤਾ ਗੁਜਰੀ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਹੁਣੇ ਤੇ ਆਸਾਮ ਦੇ ਮੁਹਿੰਮ ਤੋਂ ਆਏ ਹੋ, ਕਿੰਨੇ ਸਾਲ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਵਿਛੋੜਾ ਰਿਹਾ। ਮਾਤਾ ਗੁਜਰੀ ਜੀ ਕਹਿਣ ਲੱਗੇ ਤੇ ਸੱਚੇ ਪਾਤਸ਼ਾਹ ਹੁਣ ਫੇਰ ਆਨੰਦਪੁਰ ਸਾਹਿਬ ਨੂੰ ਚੱਲੇ ਸਾਨੂੰ ਛੱਡ ਕੇ। ਤੇ ਗੁਰੂ ਸਾਹਿਬ ਕਹਿਣ ਲੱਗੇ, ਮੋਹ ਦੇ ਵਿੱਚ ਨਹੀਂ ਪਈਦਾ, ਮੋਹ ਦਾ ਤਿਆਗ ਕਰੋ। ਹਮੇਸ਼ਾ ਸੰਜੋਗ ਨਹੀਂ ਰਹਿੰਦਾ, ਜੇ ਸੰਜੋਗ ਆ ਤੇ ਵਿਜੋਗ ਵੀ ਜਿਹੜਾ ਪ੍ਰਮਾਤਮਾ ਨੇ ਬਣਾਇਆ। ਭਾਵ ਜੇ ਮਿਲਣਾ ਹੈ ਤੇ ਵਿਛੜਨਾ ਵੀ ਪੈਣਾ ਆ, ਇਹ ਉਹਦੀ ਰਚਨਾ ਆ। ਇਸ ਕਰਕੇ ਕਦੇ ਵੀ ਮੋਹ ਦੇ ਵਿੱਚ ਨਹੀਂ ਪੈਣਾ ਤੁਸੀਂ। ਚਾਹੇ ਧੀਆਂ ਦਾ, ਪੁੱਤਾਂ ਦਾ, ਕਿਸੇ ਵੀ ਤਰ੍ਹਾਂ ਦਾ ਮੋਹ ਆ, ਉਸ ਮੋਹ ਦਾ ਤਿਆਗ ਕਰਨਾ ਚਾਹੀਦਾ ਆ। ਸਤਿਗੁਰੂ ਪਾਤਸ਼ਾਹ ਜੀ ਨੇ ਇੱਦਾਂ ਕਈ ਤਰ੍ਹਾਂ ਬਚਨ ਵਿਲਾਸ ਕੀਤੇ, ਮਾਤਾ ਗੁਜਰੀ ਜੀ ਨੂੰ ਸਮਝਾਇਆ, ਧੀਰਜ ਦਿੱਤਾ। ਮਾਤਾ ਗੁਜਰੀ ਜੀ ਨੇ ਸਤ ਬਚਨ ਕਹਿ ਕੇ ਪਤੀ ਪਰਮੇਸ਼ਵਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਅੱਗੇ ਆਪਣਾ ਸੀਸ ਝੁਕਾਇਆ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਆਖਿਆ ਕਿ ਅਸੀਂ ਹੁਣ ਆਨੰਦਪੁਰ ਜਾਵਾਂਗੇ, ਤੇ ਮਾਤਾ ਗੁਜਰੀ ਜੀ
ਕਹਿਣ ਲੱਗੇ ਇੱਕ ਦਿਨ ਹੋਰ ਰੁਕ ਜਾਂਦੇ, ਕਿਉਂਕਿ ਗੁਰੂ ਸਾਹਿਬ ਨੇ ਫਿਰ ਅਗਲੇ ਦਿਨ ਉਹ ਰਾਤ ਤੇ ਬਤੀਤ ਕਰ ਲਈ, ਸੌਂ ਕੇ ਆਰਾਮ ਕੀਤਾ। ਅੰਮ੍ਰਿਤ ਵੇਲੇ ਉੱਠੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸ਼ੌਚ ਇਸ਼ਨਾਨ ਕਰਨ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜ ਗਏ। ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਦਿਨ ਚੜ੍ਹਿਆ ਤੇ ਗੁਰੂ ਸਾਹਿਬ ਤਿਆਰੀ ਕਰ ਲਈ ਜਾਣ ਵਾਸਤੇ। ਤਿਆਰੀ ਕੀਤੀ ਜਦੋਂ ਜਾਣ ਲਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਧ ਸੰਗਤ ਜੀ ਮਾਤਾ ਗੁਜਰੀ ਜੀ ਨੇ ਰੋਕ ਲਿਆ। ਮਾਤਾ ਜੀ ਕਹਿਣ ਲੱਗੇ ਤੁਸੀਂ ਜੇ ਜਾਣਾ ਹੀ ਹੈ ਤੇ ਕੱਲ ਨੂੰ ਚਲੇ ਜਾਇਓ, ਅੱਜ ਦਾ ਦਿਨ ਹੋਰ ਸਾਹਿਬਜ਼ਾਦੇ ਦੇ ਕੋਲ ਰੁਕ ਜਾਓ, ਗੋਬਿੰਦ ਰਾਏ ਜੀ ਦੇ ਕੋਲ ਅੱਜ ਦਾ ਦਿਨ ਹੋਰ ਰੁਕ ਜਾਓ। ਮਹਾਰਾਜ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਫਿਰ ਤਿਆਰੀ ਜਿਹੜੀ ਕੀਤੀ, ਉਥੋਂ ਵਿਦਾਇਗੀ ਲੈ ਕੇ ਮਾਤਾ ਨਾਨਕੀ ਜੀ ਨੂੰ ਮਿਲੇ। ਮਾਤਾ ਨਾਨਕੀ ਜੀ ਪਾਤਸ਼ਾਹ ਜੀ ਨੂੰ ਜਾਂਦਿਆਂ ਹੋਇਆਂ ਵੇਖਦੇ ਨੇ ਬੜੀ ਦੂਰ ਤੱਕ। ਇਹ ਪਟਨਾ ਸਾਹਿਬ ਨਗਰ ਜਿਹੜਾ ਆ, ਭਾਈ ਸੰਤੋਖ ਸਿੰਘ ਕਹਿੰਦੇ ਬੜਾ ਲੰਬਾ ਨਗਰ ਸੀ, ਬਹੁਤ ਵੱਡਾ। ਹੁਣ ਜਾਂਦਿਆਂ ਨਾਲ ਮਾਰੇ ਨੇ ਬਾਲ ਗੋਬਿੰਦ ਰਾਏ ਜੀ ਨੂੰ ਨਾਲ ਹੀ ਲੈ ਲਿਆ। ਸੰਗਤਾਂ ਵੀ ਨਾਲ ਕੁਝ ਚੱਲ ਪਈਆਂ ਮਹਾਰਾਜ ਨੂੰ ਵਿਦਿਆ ਕਰਨ ਵਾਸਤੇ। ਗੁਰੂ ਸਾਹਿਬ ਨਗਰ ਦੇ ਵਿੱਚੋਂ ਜਿਵੇਂ ਜਿਵੇਂ ਜਾਂਦੇ ਨੇ, ਕੋਈ ਸੰਗਤਾਂ ਨਾਲ ਤੁਰੀਆਂ ਜਾਂਦੀਆਂ ਨੇ, ਕੁਝ ਖੜੇ ਹੋ ਕੇ ਵੇਖਦੀਆਂ। ਮਾਤਾ ਨਾਨਕੀ ਜੀ ਵੀ ਵਹਿੰਦੇ ਰਹੇ ਬੜੀ ਦੂਰ ਤੱਕ, ਜਿੱਥੋਂ ਤੱਕ ਨਿਗਾਹ ਪਈ। ਹੁਣ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿੱਥੇ ਕੋਈ ਜਾ ਕੇ ਨਗਰ ਸਮਾਪਤ ਹੋਣਾ ਸੀ ਨਾ, ਉੱਥੇ ਕੋ ਮਹਾਰਾਜ ਨੇ ਜਾ ਕੇ ਅਸਥਾਨ ਕਰ ਲਿਆ। ਗੁਰੂ ਸਾਹਿਬ ਕਹਿਣ ਲੱਗੇ ਅੱਜ ਆਪਾਂ ਇੱਥੇ ਹੀ ਟਿਕਾਣਾ ਕਰ ਲੈਣਾ ਰਾਤ, ਫਿਰ ਦਿਨ ਹੋਏਗਾ ਫਿਰ ਪਟਨਾ ਸਾਹਿਬ ਛੱਡਾਂਗੇ। ਬਾਲ ਗੋਬਿੰਦ ਰਾਏ ਜੀ ਵੀ ਉੱਥੇ ਹੀ ਰੁਕੇ ਨੇ ਮਹਾਰਾਜ ਦੇ ਕੋਲ। ਫਿਰ ਅਗਲੇ ਦਿਨ ਜਦੋਂ ਗੁਰੂ ਸਾਹਿਬ ਨੇ ਤਿਆਰੀ ਕੀਤੀ ਜਾਣ ਲਈ, ਬਾਲ ਗੋਬਿੰਦ ਰਾਏ ਜੀ ਨੂੰ ਮਿਲਣਾ ਕੀਤਾ ਤੇ ਬਾਲ ਗੋਬਿੰਦ ਰਾਏ ਜੀ ਨੂੰ ਦੱਸਿਆ ਕਿ ਅਸੀਂ ਹੁਣ ਪੰਜਾਬ ਜਾ ਰਹੇ ਹਾਂ, ਆਨੰਦਪੁਰ ਸਾਹਿਬ ਵਸਾਇਆ ਜਿਹੜਾ, ਉਸ ਅਸਥਾਨ ਤੇ ਅਸੀਂ ਜਾ ਕੇ ਪਹੁੰਚਣਾ ਆ। ਤੇ ਮਹਾਰਾਜ ਨੂੰ ਆਖਣ ਲੱਗੇ ਪਿਤਾ ਜੀ ਮੈਨੂੰ ਵੀ ਨਾਲ ਲੈ ਚਲੋ, ਮੇਰਾ ਮਨ ਵਿੱਚ ਬੜੀ ਇੱਛਾ ਆ ਕਿ ਮੈਂ ਵੀ ਪੰਜਾਬ ਜਾਵਾਂ ਤੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਵੇਖਾਂ। ਇੰਨੀ ਗੱਲ ਆਖੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਨੰਦਪੁਰ ਸਾਹਿਬ ਤੇ ਹੈ ਹੀ ਤੁਹਾਡਾ, ਉੱਥੇ ਸਾਰੇ ਕੌਤਕ ਤੇ ਤੁਸੀਂ ਕਰਨੇ ਹੈ। ਸਾਰਾ ਸੰਸਾਰ ਜਿਹੜਾ ਆ ਆਣ ਕੇ ਉੱਥੇ ਤੁਹਾਨੂੰ ਨਤਮਸਤਕ ਹੋਇਆ ਕਰੇਗਾ। ਵੱਡੇ ਵੱਡੇ ਰਾਜੇ, ਵੱਡੇ ਵੱਡੇ ਪੀਰ ਫਕੀਰ ਜਿਹੜੇ ਨੇ ਉਹ ਵੀ ਆਣ ਕੇ ਉੱਥੇ ਤੁਹਾਨੂੰ ਨਮਸਕਾਰਾਂ ਕਰਿਆ ਕਰਨਗੇ। ਜਦੋਂ ਕਿਸੇ ਨੂੰ ਕੋਈ ਲੋੜ ਪਿਆ ਕਰੇਗੀ, ਕੋਈ ਤੰਗ ਕਰਿਆ ਕਰੇਗਾ ਤੇ ਉਹ ਤੁਹਾਡੇ ਸ਼ਰਨ ਵਿੱਚ ਆਇਆ ਕਰੇਗਾ, ਭਾਵੇਂ ਕੋਈ ਵੀ ਹੋਵੇ, ਅਮੀਰ ਗਰੀਬ ਕੋਈ ਵੀ ਹੋਵੇਗਾ, ਤੁਸੀਂ ਉਹਦੀ ਬਾਂਹ ਫੜੋਗੇ। ਮਹਾਰਾਜ ਕਹਿਣ ਲੱਗੇ ਤੁਹਾਡਾ ਸਮਾਂ ਵੀ ਆਵੇਗਾ, ਤੁਸੀਂ ਵੀ ਆਨੰਦਪੁਰ ਸਾਹਿਬ ਆਓਗੇ, ਉਹਨੂੰ ਹੋਰ ਵੀ ਚਾਰ ਚੰਨ ਲਾ ਦਿਓਗੇ, ਰੌਣਕਾਂ ਉੱਥੇ ਲੱਗਣਗੀਆਂ ਤੁਹਾਡੇ ਆਉਣ ਦੇ ਨਾਲ। ਪਰ ਪਾਤਸ਼ਾਹ ਕਹਿਣ ਲੱਗੇ ਗੋਬਿੰਦ ਰਾਏ ਅਜੇ ਸਮਾਂ ਨਹੀਂ ਆਇਆ, ਪਿਤਾ ਜੀ ਇੱਛਾ ਬੜੀ ਹੈ ਜਾਣ ਦੀ ਆਨੰਦਪੁਰ ਸਾਹਿਬ। ਮਹਾਰਾਜ ਕਹਿਣ ਲੱਗੇ ਠੀਕ ਹੈ, ਜੇ ਇੱਛਾ ਨਾ ਤੁਹਾਡੀ ਅਸੀਂ ਚਲੇ ਜਾਂਦੇ ਹਾਂ। ਉੱਥੇ ਸਾਰਾ ਤਿਆਰ ਕਰਕੇ ਜੋ ਵੀ ਉੱਥੇ ਤਿਆਰੀ ਕਰਨ ਵਾਲੀ ਹੋਏਗੀ ਕਰਵਾ ਕੇ, ਮਹਾਰਾਜ ਕਹਿਣ ਲੱਗੇ ਆਨੰਦਪੁਰ ਚੰਗੀ ਤਰ੍ਹਾਂ ਜਦੋਂ ਵਸ ਜਾਏਗਾ ਫਿਰ ਚਿੱਠੀ ਲੈ ਕੇ ਜਲਦੀ ਤੁਹਾਨੂੰ ਭੇਜ ਦੇਵਾਂਗੇ। ਭਾਈ ਸੰਤੋਖ ਸਿੰਘ ਦੇ ਇੱਥੇ ਲਿਖਦੇ ਮਹਾਰਾਜ ਨੂੰ ਕਹਿਣ ਲੱਗੇ ਬਾਲ ਗੋਬਿੰਦ ਰਾਏ ਜੀ ਪਿਤਾ ਜੀ ਜੇ ਤੁਸੀਂ ਚਿੱਠੀ ਛੇਤੀ ਨਾ ਭੇਜੀ ਤਾਂ ਅਸੀਂ ਚਿੱਠੀ ਤੋਂ ਬਿਨਾਂ ਹੀ ਆ ਜਾਣਾ ਤੁਹਾਡੇ ਕੋਲ, ਇਸ ਕਰਕੇ ਜਲਦੀ ਭੇਜ ਦਿਓ। ਫੇਰ ਨਾ ਕਿਉਂ ਅਸੀਂ ਚਿੱਠੀ ਤੋਂ ਬਿਨਾਂ ਹੀ ਆ ਗਏ ਹਾਂ, ਅੱਗੇ ਵੀ ਤੁਸੀਂ ਕਿੰਨਾ ਸਮਾਂ ਬਾਹਰ ਰਹੇ ਹੋ, ਵਿਛੋੜਾ ਦਿੱਤਾ ਸਾਨੂੰ ਪਰਿਵਾਰ ਨੂੰ ਸਾਰੇ ਨੂੰ। ਮਾਤਾ ਜੀ ਵੀ ਦਾਦੀ ਜੀ ਵੀ ਬੜੀਆਂ ਤੁਹਾਡੀਆਂ ਉਡੀਕਾਂ ਕਰਦੇ ਰਹਿੰਦੇ ਸਨ, ਤੁਹਾਨੂੰ ਉਡੀਕਦੇ ਰਹਿੰਦੇ ਸੀ। ਸੰਗਤਾਂ ਬੜੀਆਂ ਉੱਥੇ ਤੁਹਾਡੇ ਦਰਸ਼ਨਾਂ ਲਈ ਆਉਂਦੀਆਂ ਸਨ, ਪਰ ਉਹਨਾਂ ਨੂੰ ਵੀ ਤੁਹਾਡੇ ਦਰਸ਼ਨ ਨਹੀਂ ਸਨ ਹੁੰਦੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਪਿਤਾ ਜੀ ਜਲਦੀ ਕਰਿਓ, ਚਿੱਠੀ ਜਲਦੀ ਭੇਜਿਓ, ਹੁਣ ਜਾਓ ਤੁਸੀਂ। ਬਾਲ ਗੋਬਿੰਦ ਰਾਏ ਜੀ ਸਾਥੀ ਸੰਗਤਾਂ ਦੇ ਨਾਲ ਵਾਪਸ ਪਟਨਾ ਸਾਹਿਬ ਆਪਣੇ ਗ੍ਰਹਿ ਵਿਖੇ ਆ ਗਏ। ਮਾਤਾ ਜੀ ਨੂੰ ਆਣ ਕੇ ਸਾਰੀਆਂ ਗੱਲਾਂ ਸੁਣਾਈਆਂ ਕਿ ਆਹ ਗੱਲ ਮਹਾਰਾਜ ਨੇ ਉੱਥੇ ਕੀਤੀ ਹੈ ਪਿਤਾ ਜੀ ਨੇ। ਨਾਲ ਪਿਤਾ ਜੀ ਨੇ ਇਹ ਵੀ ਆਖਿਆ ਕਿ ਸਾਨੂੰ ਬੁਲਾ ਲੈਣਾ ਉਹਨਾਂ ਨੇ, ਉੱਥੇ ਸਾਨੂੰ ਬੁਲਾ ਲੈਣਗੇ, ਪਰ ਮੈਂ ਕਹਿ ਆਇਆ ਜੇ ਤੁਸੀਂ ਬੁਲਾਇਆ ਨਾ ਤੇ ਅਸੀਂ ਫਿਰ ਆਪੇ ਆ ਜਾਣਾ ਹੈ। ਇੰਨੀ ਗੱਲ ਮੈਂ ਦੱਸ ਆਇਆ। ਮਾਤਾ ਜੀ ਸੁਣ ਕੇ
बड़े खुश होए। धरवास मिलिया कि सतगुरां ने चिट्ठी भेज देनी है जल्दी जाके। इधर गुरु तेग बहादुर महाराज सच्चे पातशाह ने तैयारी की। साध संगत पटना साहब की धरती छड्ड के सतगुरु चाले पा दिते। जमुना नदी जिहड़ी लपार की। रोपड़ जिन्हों रूपनगर भी कहते ने, रोपड़ का अस्थान भी लंघे ने। इथों लंघदिया होया गुरु साहब सच्चे पातशाह विचरदिया राह दे विच साध संगत जी चलदियां चलदियां संगतां भी राह विच बहुत मिलदियां। महाराज नूं रुकण वास्ते भी कहिंदियां, पर पातशाह जी कहंदे नहीं भाई हुण अस्थान करांगे जाके अगे। चलदियां फिर इदां गुरु महाराज सच्चे पातशाह जी साध संगत जी पहुँच गए ने कीरतपुर साहब, जिथे बाबा सूरजमल जी महाराज नूं मिले आ। सूरजमल गुरु साहब दे भरा सन रिश्ते दे विच। मिले, सुख सांद पुछी। महाराज ने भी दसिया जी माता नानकी जी भी अजे संसार ते ही ने, वो भी सुख सांद ने, उन्हां दी सुखी ने, वो भी दुनिया दे विच ही ने। सुन के सूरजमल जी नूं बड़ी खुशी होई। चाह कीता उन्होंने भी। फिर उन्होंने जिहड़े पोते सन दो, श्यामदास ते गुलाब राय, उन्होंने लैके आया गुरु तेग बहादुर महाराज के कोल। बाबा सूरजमल ने जदों कोल लिआंदा ते गुरु साहब गुरु तेग बहादुर महाराज उन्होंने इदां मिले जिवें गोबिंद राय जी नूं मिलदे, जिवें अपने साहिबजादे नूं मिलदे ने, उदां ही इन्हां नूं मिले ने गुरु साहब। बड़ा प्यार किया महाराज सच्चे पातशाह ने। फिर कहंदे ने सतगुरां ने इन्हां वस्त्र भी दिते, होर बड़ियां वस्तुआं जिहड़ियां पदार्थ महाराज ने इन्हां अपने पोतियां नूं दिते ने। चाह कीता गुरु साहब ने, प्यार किया। फिर होर विचारां महाराज सच्चे पातशाह ने कई सांझियां कीतियां ते नाल सतगुरां ने दस्सिया कि असीं हुण जा रहे हां। ते खुशखबरी भी महाराज ने दिती। पातशाह कहण लगे साहिबजादे बाल गोबिंद राय का भी आगमन हो गया, वो भी नाल आउणा चाहुंदे सन साडे, पर असीं कहा कि थोड़ा समा रोके आउणा है। सो इदां महाराज सच्चे पातशाह ने विचारां कीतियां। ते फिर गुरु साहब ने दस्सिया सी आनंदपुर साहब जा रहे हैं। महाराज ने फिर इत्थों चाले पाए, कीरतपुर साहब तो चल के बाबे गुरदित्ते दे अस्थान ते दर्शन कीते। उतों चल के महाराज सच्चे पातशाह ने साध संगत जी गुरु हरगोबिंद साहब सच्चे पातशाह जी के अस्थान के दर्शन किए। फिर गुरु महाराज आनंदपुर साहब की पावन धरती ते आ गए ने। संगतां खुद अगों महाराज नूं लैण आईयां, लैके आनंदपुर साहब पहुंचियां ने। बड़ी रौनक लग गई। जिवें जिवें जेड़े जेड़े टाइम किसी नूं पता लगदा कि महाराज आए ने, उस समय वो तैयारियां करके भेटा लैके पहुँचते ने। जिवें प्यास लगी होवे पानी वाल नूं जाईदा, इदां ही संगतां साध संगत गुरु साहब सच्चे पातशाह जी दे दीदार करन वास्ते महाराज वाल नूं दौड़े आउंदियां ने। ये विचार जिथों जिथों तक भी पहुँचती है ना, जिथों जिथों तक भी खबर मिलती है कि गुरु तेग बहादुर महाराज आनंदपुर साहब आ गए ने, उथों उथों की संगत चली जा रही उधर नूं। ते गुरु साहब सच्चे पातशाह बनदा सत्कार सब नूं देंदे, सुख सांद पुछदे ने। कोई किसी तरह का बचन महाराज दे नाल गल करदा, कोई किसी तरह की गल। गुरु साहब सच्चे पातशाह सब ते किरपा वरता रहे ने। कहंदे ने फिर अमृतसर साहब तो भी संगतां जाणियां शुरू हो गईयां आनंदपुर साहब। इत्थों फिर बाबा गुरदित्ता जी गए ने। किहड़े बाबा गुरदित्ता जी? बाबा बुढ़ा साहब जी दे वंश विचों जिहड़े सन। एक तो बाबा गुरदित्ता जी गुरु तेग बहादुर महाराज के भराता ने, जिहड़े सचखंड नूं जा चुके। एक ही बाबा गुरदित्ता जी ने जिहड़े बाबा बुढ़ा साहब जी दी वंश दे विचों ने। वो भी चले गए महाराज के दर्शनां लई, भेटा लैके अर्पण कीती महाराज नूं, सुख सांद दसी महाराज दे पुछी। इदां सतगुरु महाराज नूं नमस्कार करके उत्थे टिक गए ने। इन्हां ने गुरु हर राय साहब महाराज सच्चे पातशाह तो लैके कलगीधर पातशाह जी तक दर्शन दीदार किए गुरु साहबानां दे, बाबा गुरदित्ता जी ने। सो इदां साध संगत जी फिर कहंदे ने बाकी संगतां ते महाराज दे कोल थोड़ा समा रुक के फिर वापस आ जांदियां घरां नूं। बाबा गुरदित्ता जी उत्थे ही महाराज दे कोल टिक गए ने, उत्थे ही रह पे ने। होर बड़े मसंद काबल वालों भी जिहड़े आउंदे वो भी आनंदपुर साहब आ जांदे ने।
ਜਿੱਥੋਂ ਜਿੱਥੋਂ ਵੀ ਸੰਗਤ ਆਉਂਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦਾ ਸਤਿਕਾਰ ਕਰਦੇ ਨੇ। ਤੇ ਸਾਧ ਸੰਗਤ ਜੀ ਇੱਥੇ ਰੋਜ਼ ਹੀ ਫਿਰ ਦੀਵਾਨ ਸੱਜਣੇ ਸ਼ੁਰੂ ਹੋ ਗਏ। ਰੋਜ਼ ਰਾਗੀ ਜਿਹੜੇ ਸਿੱਖ ਸਨ, ਰਾਗੀ ਸਿੱਖ, ਉਹ ਸਾਧ ਸੰਗਤ ਜੀ ਫਿਰ ਕੀਰਤਨ ਕਰਦੇ। ਰੋਜ਼ਾਨਾ ਗੁਰੂ ਦਰਬਾਰ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਚਿੱਠੀ ਲਿਖੀ ਹੈ ਬਾਲ ਗੋਬਿੰਦ ਰਾਏ ਦੇ ਨਾਮ, ਕਿ ਤੁਸੀਂ ਹੁਣ ਅਨੰਦਪੁਰ ਸਾਹਿਬ ਆ ਜਾਓ। ਅਨੰਦਪੁਰ ਸਾਹਿਬ ਪੂਰੀ ਤਿਆਰੀ ਹੋ ਗਈ ਹੈ ਤੇ ਤੁਸੀਂ ਬਿਨਾਂ ਦੇਰੀ ਦੇ ਹੁਣ ਅਨੰਦਪੁਰ ਸਾਹਿਬ ਆ ਜਾਓ। ਇਹ ਚਿੱਠੀ ਲੈ ਕੇ ਇੱਕ ਗੁਰਸਿੱਖ ਜਿਹੜਾ ਪਟਨਾ ਸਾਹਿਬ ਦੇ ਰਾਹ 'ਤੇ ਪੈ ਗਿਆ। ਪਟਨੇ ਸਾਹਿਬ ਨਗਰ ਜਿਹੜਾ ਉਧਰ ਨੂੰ ਤੁਰ ਪਿਆ ਇੱਕ ਗੁਰਸਿੱਖ ਚਿੱਠੀ ਲੈ ਕੇ। ਸੋ ਇਸ ਅੱਜ ਦਾ ਪਹਿਲਾ ਪ੍ਰਸੰਗ ਤੀਸਰੀ ਪੋਥੀ ਦਾ। ਸਮਾਂ ਮਿਲਿਆ ਤੇ ਕੱਲ੍ਹ ਨੂੰ ਆਪਾਂ ਅਗਲੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਇਤਿਹਾਸ ਦੇ ਵਿੱਚ ਹੋਰ ਵੀ ਵਿਚਾਰਾਂ ਸਾਨੂੰ ਮਿਲ ਸਕਦੀਆਂ ਨੇ, ਪਰ ਆਪਾਂ ਫਿਲਹਾਲ ਭਾਈ ਸੰਤੋਖ ਸਿੰਘ ਨੇ ਜਿਵੇਂ ਲਿਖਿਆ ਆ ਉੱਦਾਂ ਵਿਚਾਰਨ ਦਾ ਯਤਨ ਕਰ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ